ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਆਹ ਜਿਹੜੀ ਮੇਰੀ ਵੀਡੀਓ ਆ, ਇਹ ਮੇਰੀ ਫੁੱਲ ਪੋਰਟਫੋਲੀਓ ਵੀਡੀਓ ਆ ਉਹਨਾਂ ਲੋਕਾਂ ਲਈ ਜਿਹੜੇ ਲੋਕੀ ਮੈਨੂੰ ਬਾਰ-ਬਾਰ ਇਹ ਪੁੱਛਦੇ ਆ ਕਿ ਅਸੀਂ ਰੈਗੂਲਰ ਇਨਕਮ ਜਨਰੇਟ ਕਰ ਸਕਦੇ ਆ ਆਪਣੀ ਇਨਵੈਸਟਮੈਂਟ ਤੋਂ, ਕਿ ਸਾਡੀ ਇਨਵੈਸਟਮੈਂਟ ਵੀ ਪਈ ਰਵੇ ਤੇ ਸਾਨੂੰ ਉਹਦੇ ਤੋਂ ਇਨਕਮ ਵੀ ਜਨਰੇਟ ਹੁੰਦੀ ਰਵੇ। ਸੋ ਦਿਸ ਇਜ਼ ਦ ਪੋਰਟਫੋਲੀਓ ਜਿਹੜਾ ਮੈਂ ਬਣਾਇਆ ਆ। ਇਹਦੇ ਵਿੱਚ ਤੁਸੀਂ ਯੂ ਵਿਲ ਫਾਈਂਡ 52 ਸਟਾਕਸ। ਇਹਦੇ ਚ 52 ਇਦਾਂ ਦੇ ਸ਼ੇਅਰ ਮੈਂ ਐਡ ਕੀਤੇ ਆ ਜਿਹੜੇ ਜਿਹੜੇ ਕਿ ਰੈਗੂਲਰ ਇਨਕਮ ਜਨਰੇਟ ਕਰੂਗੇ ਤੁਹਾਨੂੰ। ਮਲਟੀਪਲ ਵੀਕਲੀ ਪੇਮੈਂਟਸ ਆਉਣਗੀਆਂ ਜਿਹਦੇ ਵਿੱਚ ਤੁਹਾਨੂੰ 4 ਤੋਂ 5 ਪੇਮੈਂਟਸ ਜਾਂ 3 ਜਾਂ 4 5 ਪੇਮੈਂਟਸ ਰੈਗੂਲਰਲੀ ਐਵਰੀ ਵੀਕਲੀ ਡਿਫਰੈਂਟ ਤਰੀਕੇ ਨਾਲ ਆਉਣਗੀਆਂ। ਆਈ ਮੀਨ ਡਿਫਰੈਂਟ ਸ਼ੇਅਰਸ ਤੋਂ ਡਿਫਰੈਂਟ ਡਿਵੀਡੈਂਡ ਐਜ਼ ਅ ਡਿਫਰੈਂਟ ਡਿਵੀਡੈਂਡ ਪੇਮੈਂਟਸ ਆਉਣਗੀਆਂ। ਸੋ ਉਹ ਲੋਕੀ ਜਿਹੜੇ ਲੋਕੀ ਇਹ ਸੋਚਦੇ ਆ ਕਿ ਅਸੀਂ ਬਾਰ-ਬਾਰ ਇਦਾਂ ਦੇ ਝੰਜਟ ਨਹੀਂ ਪੈਣਾ ਚਾਹੁੰਦੇ ਕਿ ਜਿੱਥੋਂ ਅਸੀਂ ਕਦੀ ਆਹ ਸਟਾਕ ਬਾਏ ਕਰ ਲਿਆ, ਆਹ ਸੈਲ ਕਰ ਲਿਆ, ਆਹ ਬਾਏ ਕਰ ਲਿਆ, ਆਹ ਸੈਲ ਕਰ ਲਿਆ। ਅਸੀਂ ਇਦਾਂ ਚਾਹੁੰਦੇ ਕਿ ਅਸੀਂ ਇਦਾਂ ਦਾ ਸਟਾਕ ਦੇ ਵਿੱਚ ਇਨਵੈਸਟ ਕਰੀਏ ਕਿ ਸਾਨੂੰ ਰੈਗੂਲਰਲੀ ਇਨਕਮ ਵੀ ਆਉਂਦੀ ਰਹੇ ਤੇ ਸਾਡੇ ਜਿਹੜੇ ਪੈਸੇ ਆ ਪਏ ਉਹ ਵੱਧਦੇ ਵੀ ਰਹਿਣ। ਸੋ ਜਿੰਨਾ ਵੀ ਆ 52 ਸਟਾਕ ਆ, ਇਹ ਵਰਕਆਊਟ ਹੋਇਆ ਆ ਅਕੋਰਡਿੰਗ ਟੂ ਮਲਟੀਪਲ ਡੇਟਾ। ਇੱਕ ਟ੍ਰੇਡ 212 ਦੇ ਉੱਤੇ ਪਾਈ ਆ, ਇਟਸ ਕਾਲਡ ਡੇਲੀ ਡਿਵੀਡੈਂਡ ਪਾਈ। ਸੋ ਮੈਂ ਕਾਫੀ ਸਟਾਕ ਉਹਦੇ ਵਿੱਚੋਂ ਵੀ ਚੁੱਕਿਆ ਕਿਉਂਕਿ ਉਹ ਕਾਫੀ ਜ਼ਿਆਦਾ ਪਪੂਲਰ ਪਾਈ ਆ ਤੇ ਕਾਫੀ ਬਹੁਤ ਸਾਰੇ ਲੋਕਾਂ ਨੇ ਉਹਦੇ ਵਿੱਚ ਇਨਵੈਸਟ ਕੀਤਾ ਹੋਇਆ। ਪਰ ਜਦੋਂ ਮੈਂ ਉਹਦੀ ਪਾਈ ਦੀ ਸਾਰੀ ਸ਼ੇਅਰਾਂ ਦੇ ਵਿੱਚੋਂ ਇਨਵੈਸਟੀਗੇਟ ਕੀਤਾ, ਸੋ ਆਈ ਹੈਡ ਟੂ ਟੇਕ ਸਮ ਸ਼ੇਅਰਸ ਆਫ, ਕਿਉਂਕਿ ਕਈ ਸ਼ੇਅਰ ਇਦਾਂ ਦੇ ਆ ਉਹਦੇ ਵਿੱਚ ਜਿਹੜੇ ਕਾਫੀ ਜ਼ਿਆਦਾ ਡੁੱਬ ਚੁੱਕੀਆਂ ਕੰਪਨੀਆਂ, ਜਾਂ ਕਈ ਸ਼ੇਅਰ ਇਦਾਂ ਦੇ ਸੀਗੇ ਜਿਹੜੇ ਕਾਫੀ ਜ਼ਿਆਦਾ ਲੋ ਡਿਵੀਡੈਂਡ ਸੀਗਾ। ਸੋ ਮੈਂ ਆਪਣੀ ਰਿਸਰਚ ਕਰਕੇ ਜਿੰਨਾ ਵੀ ਮੈਂ ਵਧੀਆ ਸ਼ੇਅਰ ਹੋਰ ਐਡ ਕਰ ਸਕਦਾ ਸੀ ਉਸ ਪੋਰਟਫੋਲੀਓ ਦੇ ਵਿੱਚ, ਉਹਦੇ ਨਾਲ ਜਿਹੜੀਆਂ ਉਹ ਡੇਲੀ ਇਨਕਮ ਜਿਹੜੀ ਸੀਗੀ ਉਹ ਰਿਡਿਊਸ ਹੋ ਕੇ ਮੈਂ ਵੀਕਲੀ ਇਨਕਮ ਬਣਾਇਆ ਉਹਨੂੰ, ਕਿਉਂਕਿ ਇਟਸ ਗੁੱਡ ਟੂ ਹੈਵ ਅ ਵੀਕਲੀ ਇਨਕਮ ਪਰ ਗੈਟਿੰਗ ਪੇਡ ਮੋਰ। ਸੋ ਕਿਉਂਕਿ ਉਹਦੇ ਨਾਲ ਇਦਾਂ ਹੁੰਦਾ ਕਿ ਜਿਹੜੀ ਤੁਹਾਡੀ ਰੈਗੂਲਰ ਪਰਸੈਂਟੇਜ ਆ ਪਾਈ ਦੇ ਨਾਲ ਜਿਹੜੀ ਤੁਸੀਂ 52 ਸਟਾਕ ਹੋਲਡ ਕਰਕੇ ਰੈਗੂਲਰ ਵੀਕਲੀ ਇਨਕਮ ਆਉਣੀ ਆ, ਉਹ ਇਦਾਂ ਦੀ ਇਨਕਮ ਐਟਲੀਸਟ ਹੋਣੀ ਚਾਹੀਦੀ ਕਿ ਤੁਹਾਡੀ ਮਨੀ ਵਰਥ ਪਈ ਹੋਵੇ ਉੱਥੇ ਬੈਂਕਾਂ ਦੇ ਵਿੱਚ ਨਾਲੋਂ। ਸੋ ਜਦੋਂ ਤੁਸੀਂ ਸਟਾਕ ਦੇ ਵਿੱਚ ਇਨਵੈਸਟ ਕਰਦੇ ਆ, ਇਹ ਜਿੰਨਾ ਵੀ ਇਹ ਤੁਹਾਨੂੰ ਸਾਰੀਆਂ ਸਟਾਕਸ ਦੇ ਵਿੱਚੋਂ ਡਿਵੀਡੈਂਡ ਪੇਮੈਂਟਸ ਆਉਣੀਆਂ ਆ, ਉਹ ਤੁਹਾਨੂੰ ਵੀਕਲੀ ਮਲਟੀਪਲ ਟਾਈਮਸ ਆਉਣਗੀਆਂ ਤੁਹਾਡੇ ਪੋਰਟਫੋਲੀਓ ਦੇ ਵਿੱਚ। ਇਹ ਤੁਹਾਡੇ ਤੇ ਡਿਸਾਈਡ ਕਰਦਾ ਕਿ ਤੁਸੀਂ ਉਸ ਜਿਹੜਾ ਵੀਕਲੀ ਪੇਮੈਂਟਸ ਨੂੰ ਕੀ ਕਰਨਾ, ਤੁਸੀਂ ਆਪਣੇ ਬੈਂਕ 'ਚ ਟ੍ਰਾਂਸਫਰ ਕਰਨੀ ਆ ਜਾਂ ਤੁਸੀਂ ਉਹਨੂੰ ਰੀਇਨਵੈਸਟ ਕਰਨਾ ਆ। ਇਟਸ ਕੰਪਲੀਟਲੀ ਅਪ ਟੂ ਯੂ। ਪਰ ਇਹ ਤੋਂ ਇਲਾਵਾ ਜਦੋਂ ਤੁਸੀਂ ਜਿਹੜੀਆਂ ਵੀਕਲੀ ਪੇਮੈਂਟਸ ਆਉਣੀਆਂ ਡਿਵੀਡੈਂਡ ਦੀਆਂ, ਤੇ ਪਲੱਸ ਜਿਹੜਾ ਤੁਸੀਂ ਸਟਾਕ ਹੋਲਡ ਕੀਤਾ ਆ, ਜਿੰਨੀ ਵੀ ਉਹਨਾਂ ਕੰਪਨੀਆਂ ਦੇ ਵਿੱਚ ਪ੍ਰੋਗਰੈਸ ਹੋਣੀ ਆ ਮੰਥ ਔਨ ਮੰਥ, ਈਅਰ ਔਨ ਈਅਰ, ਉਹ ਸਾਰਾ ਤੁਹਾਡਾ ਪ੍ਰੋਫਿਟ ਪਿਓਰ ਹੋਏਗਾ ਔਨ ਦਾ ਟੌਪ ਆਫ ਦਿਸ ਮੰਥਲੀ ਵੀਕਲੀ ਇਨਕਮ ਜਨਰੇਟਡ ਬਾਈ ਡਿਵੀਡੈਂਡਸ। ਸੋ ਇਹ ਬਹੁਤ ਲੌਂਗ ਟਰਮ ਦੇ ਲਈ ਬਹੁਤ ਗੁੱਡ ਪੋਰਟਫੋਲੀਓ ਆ। ਗੁੱਡ ਪੋਰਟਫੋਲੀਓ ਇਸ ਤਰੀਕੇ ਨਾਲ ਆ ਕਿ ਇਹਦੇ ਨਾਲ ਡਬਲ ਇਨਕਮ ਸਟਰੀਮ ਹੋਏਗੀ ਤੁਹਾਡੇ ਕੋਲ। ਇੱਕ ਤਾਂ ਜਿਹੜੀ ਵੀਕਲੀ ਇਨਕਮ ਤੁਹਾਨੂੰ ਆਏਗੀ, ਦੂਜੀ ਜਿਹੜੀ ਇਹਦੀ ਐਨੂਅਲ ਗਰੋਥ ਹੋਏਗੀ, ਜਿਹੜੀ ਮੰਥਲੀ ਗਰੋਥ ਹੋਏਗੀ। ਕਿਸੇ ਵੀ ਕੰਪਨੀ ਦਾ ਸਟਾਕ ਐਕਸਪਲੋਡ ਹੁੰਦਾ ਆ, ਪਰ ਉਹਦੇ ਨਾਲ ਨਾਲ ਇਹਦੇ ਵਿੱਚ ਰਿਸਕ ਵੀ ਇਨਵੋਲਵਡ ਆ ਕਿ ਜੇ ਕਿਸੇ ਕੰਪਨੀ ਦੇ ਸ਼ੇਅਰ ਡੁੱਬ ਵੀ ਜਾਂਦੇ ਆ, ਬਿਕੋਜ਼ ਤੁਹਾਡੇ ਕੋਲ 52 ਕੰਪਨੀਆਂ ਦੇ ਸ਼ੇਅਰ ਆ। ਸੋ ਮੈਂ ਇੱਦਾਂ ਦੀਆਂ ਕੰਪਨੀਆਂ ਟਰਾਈ ਕੀਤੀਆਂ ਚੂਜ਼ ਕਰਨੀਆਂ ਜਿਹੜੀਆਂ ਟੂ ਬਿਗ ਟੂ ਫੇਲ ਆ, ਜਾਂ ਜਿਨ੍ਹਾਂ ਨੇ ਪਾਸ ਦੇ ਵਿੱਚ ਕਦੇ ਇਦਾਂ ਦਾ ਕੋਈ ਰਿਕਾਰਡ ਹੀ ਨਹੀਂ ਹੈਗਾ ਕਿ ਜਿਨ੍ਹਾਂ ਦੇ ਸਟਾਕ ਬਹੁਤ ਜ਼ਿਆਦਾ ਡਿਪ ਹੋਏ ਹੋਣ ਜਾਂ ਬਹੁਤ ਜ਼ਿਆਦਾ ਕ੍ਰੈਸ਼ ਹੋਏ ਹੋਣ ਤੇ ਮੁੜ ਕੇ ਕਦੀ ਰਿਕਵਰ ਨਹੀਂ ਹੋਏ। ਈਵਨ ਰੀਸੈਂਟਲੀ ਜਦੋਂ ਕੋਵਿਡ ਦੇ ਨਾਲ ਸਟਾਕ ਮਾਰਕੀਟ ਕ੍ਰੈਸ਼ ਹੋਇਆ ਸੀ, ਦੈਟਸ ਦਾ ਓਨਲੀ ਇਵੈਂਟ ਹੈਪਨਡ ਇਨ, ਮੇਰੇ ਖਿਆਲ ਨਾਲ ਅਗਲੇ 10-15 ਸਾਲ ਇਦਾਂ ਦਾ ਕੋਈ ਵੀ ਇਵੈਂਟ ਹੋ ਨਹੀਂ ਸਕਦਾ ਜਿਹਦੇ ਨਾਲ ਸਟਾਕ ਮਾਰਕੀਟ ਫੇਰ ਤੋਂ ਦੁਬਾਰਾ ਇੰਨੀ ਜ਼ਿਆਦਾ ਕ੍ਰੈਸ਼ ਹੋਏਗੀ। ਐਂਡ ਮੋਸਟਲੀ ਜਿੰਨੀਆਂ ਕੰਪਨੀਆਂ ਨੇ ਡਿਵੀਡੈਂਡ ਬੰਦ ਕੀਤਾ ਹੋਇਆ ਸੀਗਾ, ਉਹ ਸਾਰੀਆਂ ਕੰਪਨੀਆਂ ਦਾ ਡਿਵੀਡੈਂਡ ਵਾਪਸ ਔਨ ਹੋ ਚੁੱਕਾ ਆ। ਸਾਰੀਆਂ ਕੰਪਨੀਆਂ ਬੈਕ ਟੂ ਬਿਜ਼ਨਸ ਆ ਹੁਣ। ਸੋ ਇਹਦੇ ਵਿੱਚ 52 ਸਟਾਕਸ ਦੇ ਵਿੱਚੋਂ ਤੁਹਾਨੂੰ ਐਵਰੇਜ ਐਵਰੀ ਈਅਰ 200 ਤੋਂ ਉੱਪਰ ਪੇਮੈਂਟਸ ਮਿਲਣਗੀਆਂ। ਡਿਪੈਂਡ ਕਰਦਾ ਉਹ ਕੰਪਨੀ ਦੀ ਪਰਸੈਂਟੇਜ, ਜਿਹੜੀ ਕਿ ਮੈਂ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਇਸ ਵੀਡੀਓ ਦੇ ਵਿੱਚ ਪਾਈ ਹੋਈ ਆ ਕਿ ਹਰੇਕ ਸ਼ੇਅਰ ਦੇ ਵਿੱਚ ਕਿੰਨੀ ਪੇਮੈਂਟ ਮਿਲਣੀ ਆ ਹਰੇਕ ਨੂੰ। ਜਿੰਨਾ ਵੀ ਤੁਸੀਂ ਉਹਦੇ ਵਿੱਚ ਪੈਸਾ ਇਨਵੈਸਟ ਕੀਤਾ ਆ, ਉਸ ਸਟਾਕ ਦੇ ਨਾਲ ਮੈਂ ਪਰਸੈਂਟੇਜ ਲਿਖੀ ਹੋਈ ਕਿ ਤੁਹਾਡੇ 52 ਸ਼ੇਅਰ ਦੇ ਵਿੱਚੋਂ ਉਹਦੀ ਐਜ਼ ਅ ਪਰਸੈਂਟੇਜ ਐਵਰੇਜ ਜਿਹੜਾ 2% ਈਚ ਸ਼ੇਅਰ ਹੋਣਾ ਚਾਹੀਦਾ ਆ। ਸੋ ਜੇ ਤੁਹਾਨੂੰ ਇੱਦਾਂ ਲੱਗਦਾ ਕਿ ਤੁਸੀਂ ਜਿਹੜੇ ਸ਼ੇਅਰਾਂ ਦੇ ਵਿੱਚ ਜ਼ਿਆਦਾ ਡਿਵੀਡੈਂਡ ਪਰਸੈਂਟੇਜ ਆ, ਤੁਸੀਂ ਉਹਨਾਂ 'ਚ ਜ਼ਿਆਦਾ ਇਨਵੈਸਟ ਕਰਨਾ, ਤੁਸੀਂ ਚੂਜ਼ ਕਰ ਸਕਦੇ ਆ ਆਪਣੇ ਆਪ। ਮੈਂ ਇਹ ਸਾਰਾ ਵਰਕਆਊਟ ਕੀਤਾ ਜਿਹੜੀ ਹਿਸਟੋਰੀਕਲ ਟ੍ਰੇਡ 212 ਪਾਈ ਆ ਉਹਦੇ ਵਿੱਚੋਂ ਸ਼ੇਅਰ ਕੱਢ ਕੇ, ਤੇ ਆਪਣੇ ਕੁਝ ਹੋਰ ਨਵੇਂ ਸ਼ੇਅਰਸ ਐਡ ਕਰਕੇ, ਤੇ ਜਿਹੜੀ ਇਹਦੀ ਐਵਰੇਜ ਪਰਸੈਂਟੇਜ ਮੇਰੇ ਹਿਸਾਬ ਨਾਲ ਇਨਕਮ ਹੋਏਗੀ ਅਰਾਊਂਡ 4% ਐਵਰੇਜ ਇਨਕਮ ਹੋਣੀ ਚਾਹੀਦੀ ਆ ਤੁਹਾਡੇ ਟੋਟਲ ਇਨਵੈਸਟਮੈਂਟ ਦੀ ਮੰਥ, ਇਹਦੇ ਵਿੱਚੋਂ ਟੋਟਲ ਡਿਵੀਡੈਂਡ ਦੀ। ਤੇ ਪਲੱਸ ਐਵਰੇਜ 7 to 10% ਇਹਦੀ ਟੋਟਲ ਇਨਵੈਸਟਮੈਂਟ ਦੀ ਗਰੋਥ ਹੋਣੀ ਚਾਹੀਦੀ ਹੈ ਅਕੋਰਡਿੰਗ ਟੂ ਜਿੰਨੀਆਂ ਵੀ ਕੰਪਨੀਆਂ ਮੈਂ ਸਿਲੈਕਟ ਕੀਤੀਆਂ ਆ।
growth can be more, growth can be less as well. it depend ਕਰਦਾ ਕਿ ਫਿਊਚਰ ਦੇ ਵਿੱਚ ਸ਼ੇਅਰ ਮਾਰਕੀਟ ਕਿੱਦਾਂ ਰਿਐਕਟ ਕਰਦੀ ਹੈ ਤੇ ਫਿਊਚਰ ਦੇ ਵਿੱਚ ਕੋਵਿਡ ਦੀਆਂ ਰਿਸਟ੍ਰਿਕਸ਼ਨ ਦੇ ਨਾਲ ਜਾਂ ਹੋਰ ਕਿਸੇ ਹੋਰ ਰਿਸਟ੍ਰਿਕਸ਼ਨਸ ਫਿਊਚਰ ਦੇ ਵਿੱਚ ਆਉਣੀਆਂ ਜਾਂ ਕੋਈ ਇਦਾਂ ਦਾ ਇਵੈਂਟ ਹੈਪਨ ਹੁੰਦਾ ਹੈ ਜਿਹਦੇ ਨਾਲ ਸ਼ੇਅਰ ਮਾਰਕੀਟ ਬਿਲਕੁਲ ਕ੍ਰੈਸ਼ ਹੋ ਜਾਂਦੀ ਆ। ਸਿਨੈਰੀਓ ਮਾਈਟ ਬੀ ਡਿਫਰੈਂਟ, ਪਰ ਐਟ ਦਾ ਮੂਮੈਂਟ ਜਿੰਨੀਆਂ ਵੀ ਕੰਪਨੀਆਂ ਸਿਲੈਕਟ ਕੀਤੀਆਂ ਸਾਰਿਆਂ ਦਾ 5-10 ਸਾਲ ਦੀ ਹਿਸਟਰੀ ਚੈੱਕ ਕਰਕੇ ਜਿਨ੍ਹਾਂ ਨੇ ਵਧੀਆ ਸਟਾਕ ਰਿਹਾ, ਜਿਨ੍ਹਾਂ ਦਾ ਵਧੀਆ ਪੋਰਟਫੋਲੀਓ ਰਿਕਾਰਡ ਰਿਹਾ ਆ। ਸੋ ਇਹਦੇ ਵਿੱਚ ਇਕੱਲੇ ਸਟਾਕ ਹੀ ਨਹੀਂ ਮੈਂ ਐਡ ਕੀਤਾ, ਮੈਂ ਕਾਫੀ ਜ਼ਿਆਦਾ ਪੋਪੂਲਰ ETFs ਵੀ ਐਡ ਕੀਤੇ ਆ, ਕਿਉਂਕਿ ETFs ਜਿਹੜੇ ਆ ਦੇ ਆਰ ਗਰੁੱਪ ਆਫ ਸਮ ਗੁੱਡ ਇਨਵੈਸਟਡ ਸ਼ੇਅਰ ਕੰਪਨੀਜ਼। ਸੋ ਉਹਦੇ ਨਾਲ ਵੀ ਜਿਹੜੇ ETF ਦੇ ਨਾਲ ਵੀ ਇੱਕ ਸਿਕਿਉਰ ਇਨਵੈਸਟਮੈਂਟ ਬਣ ਜਾਂਦੀ ਆ ਕਿ ਜੇ ਇੱਕ ਕੰਪਨੀ ਫੇਲ ਹੋ ਜਾਵੇ, 2 ਕੰਪਨੀਆਂ ਫੇਲ ਹੋ ਜਾਣ, ਪਰ ETF ਦੇ ਵਿੱਚੋਂ ਰੈਗੂਲਰ ਇਨਕਮ ਇਸ ਕਰਕੇ ਆਉਂਦੀ ਰਹਿੰਦੀ ਕਿਉਂਕਿ ਇਟਸ ਬਿਲਡ ਅਪ ਵਿਦ ਸੋ ਮੈਨੀ ਡਿਫਰੈਂਟ ਸਟਾਕਸ ਟੁਗੈਦਰ। ਹੁਣ ਅਵੇਲੇਬਿਲਿਟੀ ਦੀ ਸਾਰਿਆਂ ਨੂੰ ਵੱਡੀ ਪ੍ਰੋਬਲਮ ਇਹ ਆਏਗੀ ਕਿ ਤੁਹਾਨੂੰ ਮਾਈਟ ਵੀ ਤੁਹਾਨੂੰ 2 ਜਾਂ 3 ਡਿਫਰੈਂਟ ਪੋਰਟਫੋਲੀਓ ਪਲੇਟਫਾਰਮਸ ਹੋਣੇ ਚਾਹੀਦੇ ਆ ਜਿੱਥੋਂ ਸਾਰਾ ਸਟਾਕ ਲੱਭੇਗਾ, ਪਰ ਟ੍ਰੇਡ 212 ਦੇ ਉੱਤੇ ਮੋਸਟਲੀ ਇਹ ਸਾਰਾ ਸਟਾਕ ਅਵੇਲੇਬਲ ਆ। ਪਰ ਜੇ ਤੁਹਾਡੇ ਕੋਲ ਟ੍ਰੇਡ 212 ਦਾ ਅਕਾਊਂਟ ਨਹੀਂ ਹੈਗਾ ਫਿਰ ਤੁਹਾਨੂੰ eToro ਜਾਂ SPF 500 ਜਾਂ ਵੈਲਥ ਸ਼ੇਅਰ ਡਿਫਰੈਂਟ ਪਲੇਟਫਾਰਮਸ ਆ ਹਰ ਇੱਕ ਕੰਟਰੀ ਦੇ ਵਿੱਚ। ਮੇਕ ਸ਼ੋਰ ਤੁਸੀਂ 3-4 ਡਿਫਰੈਂਟ ਪਲੇਟਫਾਰਮ ਸਾਈਨ ਕਰੋਗੇ। ਉਹਦੇ ਨਾਲ ਇਹ ਹੁੰਦਾ ਕਿ ਤੁਹਾਨੂੰ ਪਲੇਟਫਾਰਮ ਸਾਈਨ ਕਰਨ ਤੋਂ ਪਹਿਲਾਂ ਤੁਸੀਂ ਉਸ ਪਲੇਟਫਾਰਮ ਦੇ ਵਿੱਚ ਇਹ ਦੇਖ ਸਕਦੇ ਤੁਹਾਡੇ ਜਿਹੜਾ ਸਟਾਕ ਤੁਸੀਂ ਲੱਭਦੇ ਹੋ ਅਵੇਲੇਬਲ ਹੈਗਾ ਕਿ ਜਾਂ ਨਹੀਂ ਹੈਗਾ। ਸੋ ਉਹਦੇ ਨਾਲ ਤੁਹਾਡੀ ਬਹੁਤ ਵੱਡੀ ਹੈਲਪ ਹੋਏਗੀ। ਸੋ ਪਲੀਜ਼ ਟਰਾਈ ਟੂ ਕੀਪ ਯੋਰ ਕੁਐਸਚਨਸ ਮਿਨੀਮਾਈਜ਼ ਔਨ ਦਿਸ ਵਨ, ਬਿਕੋਜ਼ ਮੈਂ ਜਿੰਨੀ ਜ਼ਿਆਦਾ ਟਾਈਮ ਸਪੈਂਡ ਕਰ ਸਕਦਾ ਸੀ ਰਿਸਰਚ ਕਰਨ ਦੇ ਵਿੱਚ, ਸਾਰਾ ਕੁਝ ਇਕੱਠਾ ਕਰਨ ਦੇ ਵਿੱਚ, ਆਈ ਟਰਾਈਡ ਮਾਈ ਰੀਅਲੀ ਬੈਸਟ। ਤੇ ਟਰਾਈ ਕਰਿਓ ਕਿ ਆਪਣੇ ਆਪ ਵੀ ਲੱਭਣ ਦੀ ਸ਼ੇਅਰਾਂ ਨੂੰ, ਕਿਉਂਕਿ ਮੈਂ ਇੰਗਲੈਂਡ ਦੇ ਵਿੱਚ ਬੈਠਾ, ਮੈਂ ਇੰਗਲੈਂਡ ਦੇ ਵਿੱਚ ਗਾਈਡ ਕਰ ਸਕਦਾ ਜਿਹੜੇ ਇੱਥੋਂ ਦੇ ਲੋਕੀ ਆ। ਜਿੱਦਾਂ ਤੁਸੀਂ ਕੈਨੇਡਾ ਤੋਂ ਜਾਂ ਆਸਟ੍ਰੇਲੀਆ ਤੋਂ ਜਾਂ ਅਮਰੀਕਾ ਤੋਂ ਹੋਰ ਵੀ ਜਿੰਨੇ ਕੁਐਸਚਨਸ ਆਉਂਦੇ ਆ ਸਾਰੇ ਲੋਕਾਂ ਦੇ, ਇਟਸ ਗੋਣਾ ਬੀ ਵੈਰੀ ਹਾਰਡ ਫॉर ਮੀ ਟੂ ਗਾਈਡ ਯੂ ਪੀਪਲ, ਬਿਕੋਜ਼ ਮੈਨੂੰ ਉੱਥੇ ਦੇ ਪਲੇਟਫਾਰਮਸ ਦਾ ਨਹੀਂ ਪਤਾ। ਪਰ ਮੋਸਟਲੀ ਜਿੱਦਾਂ ਰੋਬਿਨਹੁੱਡ ਹੋ ਗਿਆ ਜਾਂ SPF 500 ਹੋ ਗਿਆ, eToro ਹੋ ਗਿਆ, ਇਟਸ ਅਵੇਲੇਬਲ ਆਲ ਓਵਰ ਦ ਵਰਲਡ। ਜੈਮਨੀ ਸਮਥਿੰਗ ਕਾਲ ਪਲੇਟਫਾਰਮ ਹੈ ਜਿਹੜੀ ਕੰਪਨੀ ਓਨ ਕਰਦੀ ਆ ਵੈਲਥ ਸ਼ੇਅਰ ਇਨ ਕੈਨੇਡਾ, ਉਹਨਾਂ ਦੇ ਵੀ ਕਾਫੀ ਗੁੱਡ ਪਲੇਟਫਾਰਮਸ ਅਵੇਲੇਬਲ ਆ ਵਰਲਡ ਵਾਈਡ। ਸੋ ਇਸ ਸ਼ੇਅਰ ਫਾਈਂਡ ਕਰਨ ਦੇ ਵਿੱਚ ਤੁਹਾਨੂੰ ਕੋਈ ਔਖ ਨਹੀਂ ਹੋਣੀ ਚਾਹੀਦੀ। ਮੋਸਟਲੀ 1-2 ਪਲੇਟਫਾਰਮ ਦੇ ਵਿੱਚ ਤੁਹਾਨੂੰ ਸਾਰੇ ਸ਼ੇਅਰ ਮਿਲਣੇ ਚਾਹੀਦੇ ਆ। ਤੇ ਮੇਕ ਸ਼ੋਰ ਕਰਿਓ ਕਿ ਜਿੱਦਣ ਇਨਵੈਸਟਮੈਂਟ ਕਰਨੀ ਹੈ ਟਰਾਈ ਟੂ ਡੂ ਇਟ ਇਨ 1 ਡੇ। ਸੋ ਤੁਹਾਨੂੰ ਫਿਰ ਜਿਹੜੀ ਇਹਦੀ ਰੈਗੂਲਰ ਗਰੋਥ ਹੈ ਤੇ ਰੈਗੂਲਰ ਪੇਮੈਂਟਸ ਦਾ ਪਤਾ ਲੱਗਦਾ ਰਹੇਗਾ ਕਿ ਤੁਸੀਂ ਕਿੱਦਾਂ ਕੀਤਾ ਆ। ਤੇ ਟਰਾਈ ਟੂ ਵਰਕ ਇਟ, ਡੂ ਯੋਰ ਹੋਮਵਰਕ ਕਿ ਜੇ 52 ਸ਼ੇਅਰਸ ਆ ਤੇ ਉਹਦੇ ਵਿੱਚ ਜੇ ਤੁਸੀਂ $5,200 ਜਾਂ 200 ਪਾਉਂਡ ਇਨਵੈਸਟ ਕਰਨਾ ਆ ਤਾਂ 100 ਪਾਉਂਡ ਹਰੇਕ ਸ਼ੇਅਰ ਦੇ ਵਿੱਚ ਇਨਵੈਸਟ ਕਰਨਾ ਆ। ਜੇ ਤੁਸੀਂ ਇਹ ਚਾਹੁੰਦੇ ਆ ਕਿ ਹਾਈ ਗਰੋਥ ਸ਼ੇਅਰ ਜਿਹੜਾ ਜ਼ਿਆਦਾ ਡਿਵੀਡੈਂਟ ਆ ਤੁਸੀਂ ਉਹਦੇ 'ਚ ਜ਼ਿਆਦਾ ਇਨਵੈਸਟ ਕਰਨਾ ਚਾਹੁੰਦੇ ਆ, ਇਟਸ ਅਪ ਟੂ ਯੂ, ਯੂ ਕੈਨ ਹੈਵ ਦੈਟ 3% 5% ਆਫ ਯੋਰ ਪੋਰਟਫੋਲੀਓ। ਇਹ ਕੰਪਲੀਟਲੀ ਤੁਹਾਡੇ ਉੱਤੇ ਡਿਪੈਂਡ ਕਰਦਾ ਆ। ਤਾਂ ਜਿੰਨਾ ਜ਼ਿਆਦਾ ਓਬਵੀਅਸਲੀ ਇਸ ਸਿੰਪਲ ਲੌਜਿਕ ਕਿ ਜਿੰਨੇ ਜ਼ਿਆਦਾ ਵੱਡੇ ਪੋਰਟਫੋਲੀਓ ਡਿਵੀਡੈਂਟ ਸਟਾਕ ਦੇ ਵਿੱਚ ਪਰਸੈਂਟੇਜ ਵਾਲੀ 'ਚ ਇਨਵੈਸਟ ਕਰੋਗੇ ਉਨੀ ਜ਼ਿਆਦਾ ਡਿਵੀਡੈਂਟ ਪੇਮੈਂਟ ਆਏਗੀ। ਪਰ ਇਹਦਾ ਨਾਲ ਇਹ ਵੀ ਦੇਖਣਾ ਹੋਊਗਾ ਇਟ ਮਾਈਟ ਬ੍ਰੇਕ ਡਾਊਨ ਤੁਹਾਡੀਆਂ ਜਿਹੜੀਆਂ ਵੀਕਲੀ ਪੇਮੈਂਟਸ ਦੀ ਰੂਟੀਨ ਹੈ, ਇਟ ਮਾਈਟ ਬੀ ਡਿਫਰੈਂਟ, ਕਿਉਂਕਿ ਜਿੰਨਾ ਵੀ ਜਿਹੜੀ ਕੰਪਨੀ ਵਿੱਚ ਤੁਸੀਂ ਜ਼ਿਆਦਾ ਸਟਾਕ ਹੋਲਡ ਕੀਤਾ ਆ that company might be not paying you weekly, monthly or quarterly, that company might only paying annually. ਸੋ ਜਿੰਨੀਆਂ ਮੈਂ ਟਰਾਈ ਆਪਣੀ ਬੈਸਟ ਕੀਤੀ ਹੈ ਕਿ ਜਿੰਨੀਆਂ ਵੀ ਕੰਪਨੀਆਂ ਇਹ ਸਾਰੀਆਂ ਹੈਗੀਆਂ ਤੁਹਾਨੂੰ 200 ਤੋਂ ਉੱਪਰ ਪੇਮੈਂਟ ਦੇਣਗੀਆਂ ਸਾਲ ਦੇ ਵਿੱਚ, ਡਿਪੈਂਡ ਔਨ ਦਾ ਪਰਸੈਂਟੇਜ ਆਫ ਈਚ ਕੰਪਨੀ ਤੁਸੀਂ ਇਨਵੈਸਟ ਕੀਤਾ ਆ। I tried my best to cover ਜਿੰਨਾ ਮੈਂ ਕਵਰ ਕਰ ਸਕਦਾ ਸੀ ਇਸ ਵੀਡੀਓ ਦੇ ਵਿੱਚ। I hope it's not getting bored, ਪਰ ਜਿੰਨਾ ਵੀ ਤੁਹਾਨੂੰ ਇਨਫੋਰਮੇਸ਼ਨ ਹੋਰ ਚਾਹੀਦੀ ਆ I'm more than happy to answer your questions. ਪਲੀਜ਼ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਭੇਜ ਸਕਦੇ ਆ ਤੁਸੀਂ, ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ, ਕੁਛ ਵੀ ਤੁਹਾਨੂੰ ਚਾਹੀਦੀ ਆ, ਪਰ ਮੈਂ ਆਪਣੇ ਟਾਈਮ ਦੇ ਉੱਤੇ ਹੀ ਜਵਾਬ ਦੇ ਸਕਦਾ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਮੈਸੇਜ ਆਉਂਦੇ ਆ ਇੰਸਟਾਗ੍ਰਾਮ ਦੇ ਉੱਤੇ। ਸੋ ਮੈਂ ਟਰਾਈ ਕਰਦਾ ਕਿ ਜਿੰਨਿਆਂ ਜ਼ਿਆਦਾ ਦੀ ਰਿਪਲਾਈ ਕਰ ਸਕਦਾ ਹੋਇਆ ਕਰੂੰਗਾ ਡੈਫੀਨੇਟਲੀ। ਤੇ ਆਈ ਹੋਪ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਸਾਰਾ ਕੁਝ ਪਾ ਦਿੱਤਾ ਆ, ਯੂ ਕੈਨ ਕਾਪੀ ਐਂਡ ਪੇਸਟ, ਯੂ ਕੈਨ ਮੇਕ ਯੂ ਵਰਡ ਫਾਈਲ ਤੇ ਉਹਦੇ 'ਚੋਂ ਕਾਪੀ ਕਰਕੇ ਸਾਰੇ ਸਰਚ ਕਰ ਸਕਦੇ ਆ ਤੁਸੀਂ ਪੋਰਟਫੋਲੀਓਜ਼ ਸਟਾਕ ਜਿੱਥੇ ਵੀ ਅਵੇਲੇਬਲ ਹੈਗਾ ਆ। ਤੇ ਕੋਈ ਵੀ ਪ੍ਰੋਬਲਮ ਹੈ ਜਾਂ ਕੋਈ ਇਨਫੋਰਮੇਸ਼ਨ ਚਾਹੀਦੀ ਆ ਤੁਹਾਨੂੰ ਪਤਾ ਮੈਂ ਆਲਵੇਜ਼ ਹੈ। ਸੋ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਟੂ ਮਾਈ ਚੈਨਲਸ ਫॉर ਮੋਰ ਰੈਗੂਲਰ ਵੀਡੀਓਜ਼। ਤੇ ਜੇ ਕੋਈ ਵੀ ਕੁਐਸਚਨ ਆ ਡੋਂਟ ਬੀ ਹੈਜ਼ਿਟੇਟ, ਜਸਟ ਆਸਕ ਮੀ। ਥੈਂਕ ਯੂ ਗਾਇਜ਼।